ਆਈਲੈਟਸ ਲਿਸਨਿੰਗ ਦੇ ਵਿੱਚੋਂ 40 ਆਊਟ ਆਫ 40 ਆ ਸਕਦੇ ਆ? ਕੀ ਆਈਲੈਟਸ ਦੇ ਵਿੱਚੋਂ 9 ਦੇ ਵਿੱਚੋਂ 9 ਬੈਂਡ ਹਰ ਇੱਕ ਸਟੂਡੈਂਟ ਲੈ ਸਕਦਾ ਹੈ? ਇਸ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਰਿਜ਼ਲਟਸ ਦਿਖਾਉਣਾ ਚਾਹੂੰਗਾ ਜੋ ਮੇਰੇ ਪਿੱਛੇ ਕੁਝ ਸਟੂਡੈਂਟਸ ਨੇ ਐਗਜ਼ਾਮ ਦਿੱਤੇ ਔਰ ਉਹਨਾਂ ਦਾ ਰਿਜ਼ਲਟ ਆਇਆ। ਤਾਂ ਤੁਸੀਂ ਰਿਜ਼ਲਟ ਆਪਣੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। ਇਹ ਕੁਝ ਉਹ ਸਟੂਡੈਂਟਸ ਸੀ ਜਿਨ੍ਹਾਂ ਦਾ ਅਗਰ ਮੈਂ ਗੱਲ ਕਰਾਂ ਸਕੋਰ, ਅਗਰ ਸਪੀਕਿੰਗ ਦੀ ਗੱਲ ਕਰਾਂ ਤਾਂ ਸਪੀਕਿੰਗ ਦੇ ਵਿੱਚੋਂ 7, 7.5 ਜਾਂ ਫਿਰ ਕੁਝ ਇੱਦਾਂ ਦੇ ਸਟੂਡੈਂਟਸ ਵੀ ਗਏ ਇਹਨਾਂ ਦੇ ਵਿੱਚੋਂ ਜਿਸ ਦਾ ਸਕੋਰ ਬੈਂਡ ਸਕੋਰ 6 ਜਾਂ ਫਿਰ 6.5 ਸਪੀਕਿੰਗ ਤੇ ਰਾਈਟਿੰਗ ਦੇ ਵਿੱਚੋਂ, ਲੇਕਿਨ ਲਿਸਨਿੰਗ ਦੇ ਵਿੱਚੋਂ ਬੈਂਡ 8 ਜਾਂ 8.5 ਜਾਂ ਫਿਰ 9 ਸਕੋਰ ਕਿਵੇਂ ਆ ਗਿਆ? ਅਕਸਰ ਜਦੋਂ ਲਿਸਨਿੰਗ ਦੀ ਗੱਲ ਹੁੰਦੀ ਹੈ ਤਾਂ ਲਿਸਨਿੰਗ ਦੇ ਵਿੱਚ ਸਟੂਡੈਂਟਸ ਨੂੰ ਅਕਸਰ ਸਭ ਤੋਂ ਜ਼ਿਆਦਾ ਜਿਹੜੀ ਮੇਨ ਪ੍ਰੋਬਲਮ ਹੈ ਉਹ ਆਉਂਦੀ ਹੈ MCQs ਦੇ ਵਿੱਚ। ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ MCQs ਦੀ ਗੱਲ ਕਰਾਂਗੇ ਔਰ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਮੈਂ ਇੱਕ ਸਟ੍ਰੈਟਜੀ ਸ਼ੇਅਰ ਕਰੂੰਗਾ ਜੋ ਇਹਨਾਂ ਸਾਰੇ ਸਟੂਡੈਂਟਸ ਨੇ ਯੂਜ਼ ਕੀਤੀ, ਇੰਪਲੀਮੈਂਟ ਕੀਤੀ, ਟਰਾਈ ਕੀਤਾ ਉਸ ਨੂੰ, ਉਸ ਤੋਂ ਬਾਅਦ ਫਿਰ ਰਿਜ਼ਲਟ ਆਏ ਉਹਨਾਂ ਦੇ 8, 8.5 ਔਰ ਬੈਂਡ 9। ਅਗਰ ਤੁਹਾਨੂੰ ਵੀ MCQs ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਲਿਸਨਿੰਗ ਦੇ ਵਿੱਚ ਤਾਂ ਪਲੀਜ਼ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਔਰ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। तो चलो शुरू करते हैं। सब तो पहला इस वीडियो ਦੇ ਵਿੱਚ ਮੈਂ ਗੱਲ ਕਰੂੰਗਾ ਕਾਮਨ ਇਸ਼ੂਜ਼ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਾਮਨ ਮਿਸਟੇਕਸ ਕਿ ਜੋ ਅਕਸਰ ਸਟੂਡੈਂਟਸ ਕਾਮਨ ਮਿਸਟੇਕਸ ਕਰਦੇ ਮਲਟੀਪਲ ਚੋਇਸ ਕੁਐਸਚਨਸ ਦੇ ਵਿੱਚ। ਅਕਸਰ ਮੈਂ ਦੇਖਿਆ ਕਿ ਸਟੂਡੈਂਟਸ ਨੂੰ ਲਿਸਨਿੰਗ ਜਾਂ ਫਿਰ ਮੈਂ ਰੀਡਿੰਗ ਦੀ ਵੀ ਗੱਲ ਕਰਾਂ ਤਾਂ ਲਿਸਨਿੰਗ ਔਰ ਰੀਡਿੰਗ ਨੂੰ ਪ੍ਰੋਪਰ ਤਰੀਕੇ ਨਾਲ ਟੈਕਲ ਕਿਵੇਂ ਕਰਨਾ ਚਾਹੀਦਾ, ਅਟੈਂਪਟ ਕਿਵੇਂ ਕਰਨਾ ਚਾਹੀਦਾ ਉਹ ਸਮਝ ਹੀ ਨਹੀਂ ਪਾਉਂਦੇ। ਕਿਉਂਕਿ ਜਿੱਥੇ ਵੀ ਤੁਸੀਂ ਤਿਆਰੀ ਕਰਦੇ ਹੋ, ਮੰਨ ਕੇ ਚਲੋ ਅਗਰ ਤੁਸੀਂ ਆਫਲਾਈਨ ਕਿਤੇ ਤਿਆਰੀ ਕਰ ਰਹੇ ਹੋ ਸੋ ਹੋ ਸਕਦਾ ਕਿ ਤੁਹਾਨੂੰ ਲਿਸਨਿੰਗ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਤੁਹਾਨੂੰ ਕਹਿਤਾ ਕਿ ਠੀਕ ਹੈ ਜੀ ਲਿਸਨਿੰਗ ਸ਼ੁਰੂ ਹੋ ਚੁੱਕੀ ਹੈ ਐਂਡ ਯੂ ਵਿਲ ਸਟਾਰਟ ਲਿਸਨਿੰਗ ਰਾਈਟ ਐਂਡ ਯੂ ਵਿਲ ਸਟਾਰਟ ਅਟੈਂਪਟਿੰਗ ਯੂਰ ਲਿਸਨਿੰਗ ਟੈਸਟ। ਬਟ ਤੁਹਾਨੂੰ ਐਕਚੁਅਲ ਦੇ ਵਿੱਚ ਇੱਕ ਤਾਂ ਹੁੰਦਾ ਕਿ ਕੋਈ ਤੁਹਾਡੇ ਕੋਲੇ ਬੈਠ ਕੇ ਕੋਈ ਤੁਹਾਨੂੰ ਸਮਝਾ ਸਕੇ ਕਿ ਲਿਸਨਿੰਗ ਦੇਖੋ ਇਸ ਕੁਐਸਚਨ ਦਾ ਆਨਸਰ ਅਗਰ ਤੁਹਾਨੂੰ ਫਾਈਂਡ ਆਊਟ ਕਰਨਾ ਤਾਂ ਤੁਹਾਨੂੰ ਪਹਿਲਾਂ ਇੱਥੇ ਦੇਖਣਾ ਪਏਗਾ, ਇੱਥੇ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ। ਅਗਰ ਮੈਂ ਰੀਡਿੰਗ ਦੀ ਗੱਲ ਕਰਾਂ ਤਾਂ ਰੀਡਿੰਗ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਜਿਨ੍ਹਾਂ ਨੂੰ ਪ੍ਰੋਪਰ ਅਟੈਂਪਟ ਹੀ ਕਰਨਾ ਨਹੀਂ ਆ ਰਿਹਾ। ਸੇਮ ਉਸੇ ਤਰੀਕੇ ਨਾਲ ਹੀ ਮਲਟੀਪਲ ਚੋਇਸ ਕੁਐਸਚਨਸ ਜਿੰਨੀਆਂ ਵੀ ਟਾਈਪਸ ਨੇ ਹਰ ਇੱਕ ਟਾਈਪ ਨੂੰ ਅਲੱਗ-ਅਲੱਗ ਤਰੀਕੇ ਨਾਲ ਟੈਕਲ ਕੀਤਾ ਜਾਂਦਾ ਹੈ ਲਿਸਨਿੰਗ ਦੇ ਵਿੱਚ। ਸੋ ਉਵੇਂ ਹੀ MCQs ਦੀ ਇੱਕ ਸਟ੍ਰੈਟਜੀ ਹੈ ਜੋ ਤੁਹਾਡੇ ਕੋਲ ਹੋਣੀ ਚਾਹੀਦੀ ਤਾਂ ਕਿ ਤੁਸੀਂ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਅਟੈਂਪਟ ਕਰ ਪਾਓ, ਸਮਝ ਪਾਓ ਕਿ ਇਹਨਾਂ ਨੂੰ ਟੈਕਲ ਕਿਵੇਂ ਕਰਨਾ। ਇੱਕ ਐਗਜ਼ਾਮਪਲ ਦੇਣਾ ਚਾਹੂੰਗਾ, ਦੇਖੋ ਇੱਕ ਤਾਂ ਹੈ ਕੁਸ਼ਤੀ ਦੀ ਅਗਰ ਮੈਂ ਗੱਲ ਕਰਾਂ ਤਾਂ ਇੱਕ ਤਾਂ ਹੈ ਕਿ ਕਿਸੇ ਕੋਲ ਜ਼ੋਰ ਬਹੁਤ ਜ਼ਿਆਦਾ ਹੈ ਔਰ ਲੇਕਿਨ ਉਹਨੂੰ ਟੈਕਨੀਕ ਨਹੀਂ ਪਤਾ ਕਿ ਸਾਹਮਣੇ ਵਾਲੇ ਨਾਲ ਫਾਈਟ ਕਰਨੀ, ਇਹਨੂੰ ਟੈਕਲ ਕਿਵੇਂ ਕਰਨਾ ਹੈ। ਇੱਕ ਹੈ ਕਿ ਜਿਸ ਦੀ ਬਾਡੀ ਐਵਰੇਜ ਹੈ ਲੇਕਿਨ ਉਹਦੇ ਕੋਲ ਟੈਕਨੀਕ ਹੈ, ਉਹਦੇ ਕੋਲ ਸਟ੍ਰੈਟਜੀ ਹੈ ਕਿ ਟੈਕਲ ਕਿਵੇਂ ਕਰਨਾ ਹੈ। ਕਮੈਂਟ ਦੇ ਵਿੱਚ ਤੁਸੀਂ ਆਨਸਰ ਕਰਕੇ ਜ਼ਰੂਰ ਦੱਸਣਾ ਕਿ ਕੌਣ ਵਧੀਆ ਤਰੀਕੇ ਨਾਲ ਟੈਕਲ ਕਰ ਪਾਏਗਾ। ਸੋ ਸਟ੍ਰੈਟਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੁਐਸਚਨ ਟਾਈਪ ਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰਨਾ। ਜਿਵੇਂ ਕਿ ਮੈਪ ਵਾਲੇ ਕੁਐਸਚਨਸ ਹੁੰਦੇ ਆ, ਬਹੁਤ ਸਾਰੇ ਸਟੂਡੈਂਟਸ ਇਹ ਸਮਝ ਹੀ ਨਹੀਂ ਪਾਉਂਦੇ ਲਿਸਨਿੰਗ ਦੇ ਵਿੱਚ ਕਿ ਮੈਪ ਵਾਲੇ ਕੁਐਸਚਨ ਦੇ ਵਿੱਚ ਕਿੱਥੋਂ ਐਂਟਰ ਕਰ ਰਹੇ ਹੋ, ਸਪੀਕਰ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਜਾਏਗਾ, ਜਦਕਿ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਕਲੀਅਰ ਹੋ ਸਕਦੀਆਂ, ਪਹਿਲਾਂ ਤੋਂ ਹੀ ਤੁਹਾਨੂੰ ਪਤਾ ਲੱਗ ਸਕਦਾ ਕਿ ਜਦੋਂ ਵੀ ਮੈਪ ਵਾਲੇ ਕੁਐਸਚਨ ਦੇ ਵਿੱਚ ਹੁੰਦਾ ਤਾਂ ਸਪੀਕਰ ਹਮੇਸ਼ਾ ਇਸ ਤਰੀਕੇ ਨਾਲ ਬੋਲਦਾ ਔਰ ਇਹਦੇ ਵਿੱਚ ਹੁੰਦੇ ਆ ਟ੍ਰੈਪਸ। ਅਗਰ ਮੈਂ ਗੱਲ ਕਰਾਂ ਟ੍ਰੈਪਸ, ਜੋ ਕਿ ਇਹਦੇ ਵਿੱਚ ਹੁੰਦੇ ਟ੍ਰੈਪਸ ਕਿ ਜਿਸ ਦੇ ਵਿੱਚ ਜਾਣਬੁੱਝ ਕੇ ਜੋ ਸਪੀਕਰ ਹੈ ਉਹ ਤੁਹਾਨੂੰ ਟ੍ਰਿਕ ਕਰਨ ਦੀ ਕੋਸ਼ਿਸ਼ ਕਰੇਗਾ। ਟ੍ਰੈਪ ਦਾ ਮਤਲਬ ਇਹ ਹੈ ਕਿ ਫਸਾਉਣ ਦੀ ਕੋਸ਼ਿਸ਼ ਕਰੇਗਾ, ਆਨਸਰ ਪਹਿਲੇ ਕੁਝ ਹੋਰ ਬੋਲੂਗਾ ਬਾਅਦ ਦੇ ਵਿੱਚ ਕੁਝ ਹੋਰ ਬੋਲੇਗਾ। ਠੀਕ ਹੈ। ਮਿਸਟੇਕ ਨੰਬਰ 1, ਸਟੂਡੈਂਟਸ ਆਫਨ ਦੇ ਚੈੱਕ answers from the previous section when they have break। ਤੁਸੀਂ ਦੇਖਿਆ ਹੋਣਾ ਕਿ ਜਦੋਂ ਬੋਲਦੇ ਕਿ now you have some time to look at your answers for 1.5 minutes, ਤੁਹਾਡੇ ਕੋਲ 1 ਮਿੰਟ ਹੈ, 1.5 ਮਿੰਟ ਹੈ, ਜਿੰਨਾ ਵੀ ਟਾਈਮ ਉਹ ਦਿੰਦੇ ਤੁਹਾਨੂੰ ਇਨਸਟਰਕਸ਼ਨ ਦੇ ਵਿੱਚ ਦਿੰਦੇ ਕਿ ਤੁਸੀਂ ਹੁਣ ਆਪਣਾ ਆਨਸਰ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸਾਰੇ ਸਟੂਡੈਂਟਸ ਆਪਣਾ ਆਨਸਰ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਬਜਾਏ ਮਲਟੀਪਲ ਚੋਇਸ ਕੁਐਸਚਨਸ ਨੂੰ ਅੰਡਰਸਟੈਂਡ ਕਰਨ ਦੇ, ਸਮਝਣ ਦੇ, ਹਾਈਲਾਈਟ ਕਰਨ ਦੇ, ਕੀਵਰਡਸ ਨੂੰ ਪ੍ਰੋਪਰ ਤਰੀਕੇ ਨਾਲ ਸਮਝਣ ਨੂੰ। ਸੋ ਉਹ ਟਾਈਮ ਉੱਥੇ ਉਹ ਵੇਸਟ ਕਰ ਦਿੰਦੇ ਕਿ ਦੇਖਾਂ ਮੇਰੇ ਆਨਸਰਸ ਹੁਣ ਮੈਂ ਸਹੀ ਤਰੀਕੇ ਨਾਲ ਮੈਂ ਲਿਖਿਆ, ਮੇਰੀ ਕੋਈ ਸਪੈਲਿੰਗ ਮਿਸਟੇਕ ਤਾਂ ਨਹੀਂ ਹੋਗੀ। ਸੋ ਇਹ ਮਿਸਟੇਕ ਨਹੀਂ ਕਰਨੀ। ਮਿਸਟੇਕ ਨੰਬਰ 2, ਰਿਮੈਂਬਰ ਜਦੋਂ ਵੀ ਤੁਸੀਂ ਆਨਸਰ ਨੂੰ ਸੁਣਿਆ ਤਾਂ ਇਮੀਡੀਏਟਲੀ MCQs ਦੇ ਵਿੱਚ ਆਨਸਰ ਨਹੀਂ ਲਿਖਣਾ। ਮਿਸਟੇਕ ਨੰਬਰ 2, ਜਿਵੇਂ ਹੀ ਸਪੀਕਰ ਨੇ ਆਨਸਰ ਬੋਲਿਆ ਨਾਲ ਦੀ ਨਾਲ ਲਿਖਣਾ ਸ਼ੁਰੂ ਨਹੀਂ ਕਰਨਾ ਬਿਕੋਜ਼ ਦੇ ਵਿਲ ਟਰਾਈ ਟੂ ਟ੍ਰਿਕ ਯੂ। So don't write the answer, don't write the first answer you hear। ਜਿਵੇਂ ਉਹਨੇ ਪਹਿਲਾ ਆਨਸਰ ਬੋਲਿਆ ਤੁਹਾਨੂੰ ਲੱਗਦਾ ਕਿ ਆਈ ਪਹਿਲਾ ਆਨਸਰ ਹੈ, ਇਹ ਨਾ ਹੋਵੇ ਨਾਲ ਦੀ ਨਾਲ ਜਿਵੇਂ ਕਿ ABC ਹੈ ਨਾਲ ਦੀ ਨਾਲ ਤੁਸੀਂ ਟਿਕ ਕਰ ਦਿਓ। ਜਿਵੇਂ ਉਹਨੇ ਪਹਿਲਾਂ A ਬੋਲਤਾ ਨਾਲ ਦੀ ਨਾਲ ਤੁਸੀਂ ਕਰ ਦਿਓ ਕਿ ਓਕੇ ਇਸ ਕੁਐਸਚਨ ਦਾ ਆਨਸਰ ਜਿਹੜਾ A ਹੀ ਹੈ ਔਰ ਉਸ ਤੋਂ ਬਾਅਦ ਫਿਰ ਤੁਸੀਂ ਰਿਲੈਕਸ ਹੋ ਜਾਓ ਕਿ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਤਰਫ ਚੱਲਦੇ ਹਾਂ। ਨਹੀਂ, ਇਹ ਗਲਤੀ ਨਹੀਂ ਕਰਨੀ। ਇਹ ਗਲਤੀ ਬਹੁਤ ਸਾਰੇ ਸਟੂਡੈਂਟਸ ਕਰਦੇ ਜਿਸ ਕਰਕੇ ਉਹਨਾਂ ਦਾ ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਦੇ ਆਨਸਰਸ ਗਲਤ ਹੋ ਜਾਂਦੇ। ਸੋ ਇਹ ਮਿਸਟੇਕ ਨਹੀਂ ਕਰਨੀ। ਮਿਸਟੇਕ ਨੰਬਰ 3, don't spend too much time on an answer। ਇੱਕ ਕੁਐਸਚਨ ਦੇ ਉੱਪਰ ਜ਼ਿਆਦਾ ਟਾਈਮ ਸਪੈਂਡ ਨਹੀਂ ਕਰਨਾ। ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਨਸਰ ਸਮਝ ਨਹੀਂ ਆਇਆ ਜਾਂ ਫਿਰ ਤੁਸੀਂ ਅਨਸ਼ੋਰ ਹੋ ਕਿ ਆਨਸਰ ਨਹੀਂ ਪਤਾ ਲੱਗ ਪਾ ਰਿਹਾ then try to make an educated answer। educated answer ਕੀ ਹੁੰਦਾ ਕਿ ਆਪਣਾ ਦਿਮਾਗ ਲਗਾਓ ਕਿ ਮੇਰੇ ਅਕੋਰਡਿੰਗ ਇਸ ਤਰੀਕੇ ਦੀ ਗੱਲ ਚੱਲ ਰਹੀ ਸੀ, ਇਹ ਆਨਸਰ ਹੋ ਸਕਦਾ ਹੈ, ਗੈਸ ਕਰੋ ਐਂਡ ਮੂਵ ਔਨ, ਦੈਟਸ ਇਟ। ਆਪਣਾ ਟਾਈਮ ਵੇਸਟ ਨਾ ਕਰੋ। ਮਿਸਟੇਕ ਨੰਬਰ 4, ਜਦੋਂ ਵੀ ਇਸ ਤਰੀਕੇ ਦੇ ਵਰਡਸ ਬੋਲੇ ਜਾਂਦੇ ਸਪੀਕਰ ਦੁਆਰਾ ਜਿਵੇਂ ਕਿ ਬਟ ਹੋ ਗਿਆ, ਹਾਊਐਵਰ ਹੋ ਗਿਆ, therefore ਹੋ ਗਿਆ, ਅਗਰ ਇਸ ਤਰੀਕੇ ਦੇ ਵਰਡਸ ਆ ਰਹੇ ਹੈ
ਇਹਨਾਂ ਨੂੰ ਕਹਿ ਸਕਦੇ ਹਾਂ ਆਪਾਂ ਟ੍ਰੈਪ ਵਰਡਸ ਜਾਂ ਫਿਰ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਟ੍ਰਿਕ ਵਰਡਸ। ਕਿ ਇੱਥੇ ਜੋ ਸਪੀਕਰ ਹੈ ਜਦੋਂ ਬੋਲ ਰਿਹਾ ਕਿ ਜਿਵੇਂ ਉਹਨੇ ਬੋਲਿਆ ਬਟ, ਜਾਂ ਫਿਰ ਉਹਨੇ ਬੋਲਿਆ ਹਾਊਐਵਰ, ਜਾਂ ਫਿਰ ਉਹਨੇ ਇੱਥੇ ਬੋਲਿਆ ਕਿ therefore, ਅਕਸਰ ਜਿਵੇਂ ਬ੍ਰਿਟਿਸ਼ ਐਕਸੈਂਟ ਹੋ ਗਿਆ, ਆਸਟ੍ਰੇਲੀਅਨ ਐਕਸੈਂਟ ਹੋ ਗਿਆ, ਚਲੋ ਉਹ ਅਲੱਗ ਚੀਜ਼ ਹੈ, ਉਹਦੀ ਮੈਂ ਗੱਲ ਨਹੀਂ ਕਰੂੰਗਾ ਇਸ ਵੀਡੀਓ ਦੇ ਵਿੱਚ। ਤਾਂ ਜਿਵੇਂ ਇਹ ਵਰਡਸ ਤੁਸੀਂ ਸੁਣਦੇ ਹੋ ਦੈਟ ਮੀਨਸ ਕਿ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਜੋ ਸਪੀਕਰ ਹੈ ਆਪਣੀ ਸਟੇਟਮੈਂਟ ਨੂੰ ਚੇਂਜ ਕਰੂਗਾ। ਇਸ ਤਰੀਕੇ ਦੇ ਵਰਡਸ ਤੁਹਾਡੇ ਕੋਲੇ ਜ਼ਿਆਦਾ ਨਹੀਂ ਤਾਂ ਐਟਲੀਸਟ 6 to 7 ਵਰਡਸ ਇੱਦਾਂ ਦੇ ਹੋਣੇ ਚਾਹੀਦੇ ਜਦੋਂ ਵੀ ਤੁਸੀਂ ਟੈਸਟ ਕਰਦੇ ਹੋ। ਜਿਵੇਂ ਕਿ ਕੈਂਬਰਿਜ ਦੇ ਅਗਰ ਮੈਂ ਫਸਟ ਬੁੱਕ ਤੋਂ ਲੈ ਕੇ 17 ਬੁੱਕ ਤੱਕ ਮੈਂ ਕਰਾਂ ਤਾਂ ਤੁਹਾਨੂੰ ਆਰਾਮ ਨਾਲ 3-4 ਬੁੱਕਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ 10 ਤੋਂ 12 ਟੈਸਟ ਲਿਸਨਿੰਗ ਦੇ ਕਰਕੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਜਦੋਂ ਵੀ MCQs ਆਉਂਦੇ ਆ ਤਾਂ ਇਹ ਵਰਡਸ ਬੋਲੇ ਜਾਂਦੇ ਆ ਜਦੋਂ ਸਪੀਕਰ ਆਪਣੀ ਸਟੇਟਮੈਂਟ ਨੂੰ ਚੇਂਜ ਕਰਦਾ ਹੈ। ਸੋ ਇਹਨਾਂ ਵਰਡਸ ਨੂੰ ਧਿਆਨ ਨਾਲ ਸੁਣੋ। ਜਦੋਂ ਵੀ ਇਹ ਵਰਡਸ ਉਹਨੇ ਬੋਲਤੇ ਦੈਟ ਮੀਨਸ ਸਪੀਕਰ ਇਜ਼ ਗੋਇੰਗ ਟੂ ਚੇਂਜ ਹਿਜ਼ ਸਟੇਟਮੈਂਟ। ਉਹ ਆਪਣੀ ਸਟੇਟਮੈਂਟ ਨੂੰ ਚੇਂਜ ਕਰੂਗਾ। ਦੈਟ ਮੀਨਸ ਜੋ ਆਨਸਰ ਉਹਨੇ ਪਹਿਲਾਂ ਬੋਲਿਆ ਉਸ ਤੋਂ ਬਾਅਦ ਉਹ ਕੁਝ ਹੋਰ ਬੋਲੂਗਾ। ਮਿਸਟੇਕ ਨੰਬਰ 4, your answer will often be a letter, not a word. Your answer will often be a letter, not a word. ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਆ ਜੋ ਰੀਡਿੰਗ ਈਵਨ ਲਿਸਨਿੰਗ ਦੋਨਾਂ ਦੇ ਵਿੱਚ ਹੀ ਇੰਸਟਰਕਸ਼ਨ ਨੂੰ ਪ੍ਰੋਪਰ ਫੋਲੋ ਹੀ ਨਹੀਂ ਕਰਦੇ। ਲਿਸਨਿੰਗ ਔਰ ਰੀਡਿੰਗ ਆਇਲਸ ਬੇਸ ਦੀ ਅਗਰ ਆਪਾਂ ਗੱਲ ਕਰੀਏ, ਅਗਰ ਮੈਂ ਪੇਪਰ ਬੇਸ ਦੀ ਅਗਰ ਮੈਂ ਗੱਲ ਕਰਾਂ, ਈਵਨ ਕੰਪਿਊਟਰ ਬੇਸ ਵੀ, ਇਹ ਸਾਰਾ ਇੰਸਟਰਕਸ਼ਨ ਬੇਸਡ ਟੈਸਟ ਹੈ। ਅਗਰ ਤੁਸੀਂ ਇੰਸਟਰਕਸ਼ਨ ਨੂੰ ਪ੍ਰੋਪਰ ਫੋਲੋ ਨਹੀਂ ਕਰਦੇ ਹੋ ਦੈਟ ਮੀਨਸ ਯੂ ਆਰ ਗੋਇੰਗ ਟੂ ਲੂਜ਼ ਮਾਰਕਸ। ਸੋ ਪਲੀਜ਼ ਇਹ ਧਿਆਨ ਨਾਲ ਪੜ੍ਹੋ। ਜੋ MCQs ਹੈ ਉਹਦੇ ਵਿੱਚ ਤੁਹਾਡਾ ਜੋ ਆਨਸਰ ਹੈ ਉਹ ਲੈਟਰ ਹੀ ਹੋਏਗਾ, ਵਰਡ ਨਹੀਂ ਹੋਏਗਾ। ਸੋ ਵਰਡ ਨੂੰ ਆਪਾਂ ਅਵੋਇਡ ਕਰਨਾ। ਸੋ ਯਰ ਆਨਸਰ ਹੈਜ਼ ਟੂ ਬੀ ਅ ਲੈਟਰ। ਕਈ ਵਾਰ ਮੈਂ ਦੇਖਿਆ ਕਿ ਸਟੂਡੈਂਟਸ ਕੀ ਕਰਦੇ ਆ, ਜਿੱਥੇ ਲੈਟਰ ਲਿਖਣਾ ਹੁੰਦਾ ਉੱਥੇ ਵਰਡ ਲਿਖ ਕੇ ਆ ਜਾਂਦੇ ਆ। ਸਪੈਲਿੰਗ ਮਿਸਟੇਕ ਤਾਂ ਅਕਸਰ ਹੀ ਹੁੰਦੀਆਂ, ਹੋਰ ਵੀ ਬਹੁਤ ਸਾਰੀ ਮਿਸਟੇਕਸ ਆ ਜੋ ਆਪਾਂ ਗੱਲ ਕਰਾਂਗੇ, ਰਾਈਟ। ਮਿਸਟੇਕ ਨੰਬਰ 6, ਸਪੈਲਿੰਗ ਮਿਸਟੇਕਸ। ਅਕਸਰ ਸਟੂਡੈਂਟਸ ਸਪੈਲਿੰਗ ਦੀ ਮਿਸਟੇਕ ਵੀ ਕਰਦੇ ਆ। ਸੋ ਅਗਰ ਤੁਸੀਂ ਵੀ ਸਪੈਲਿੰਗ ਦੀ ਮਿਸਟੇਕ ਕਰਦੇ ਹੋ ਲਿਸਨਿੰਗ ਦੇ ਵਿੱਚ, ਖਾਸ ਤੌਰ ਤੇ ਲਿਸਨਿੰਗ, ਓਵਰਆਲ ਲਿਸਨਿੰਗ ਦੀ ਅਗਰ ਮੈਂ ਗੱਲ ਕਰਾਂ, MCQs ਦੀ ਮੈਂ ਗੱਲ ਨਹੀਂ ਕਰ ਰਿਹਾ ਇੱਥੇ, ਤਾਂ ਇਹ ਮੈਂ ਬੋਨਸ ਐਕਸਟਰਾ ਮੈਂ ਵੀਡੀਓ ਬਣਾਉਂਗਾ ਤੁਹਾਡੇ ਲਈ, ਜਿਹਦੇ ਵਿੱਚ ਮੈਂ ਗੱਲ ਕਰੂੰਗਾ ਕਿ ਸਪੈਲਿੰਗ ਨੂੰ ਕਿਸ ਤਰੀਕੇ ਨਾਲ ਤੁਸੀਂ ਇੰਪਰੂਵ ਕਰ ਸਕਦੇ ਹੋ। ਸੋ ਅਗਰ ਤੁਸੀਂ ਵੀ ਸਪੈਲਿੰਗ ਦੀ ਮਿਸਟੇਕ ਕਰਦੇ ਹੋ ਸੋ ਪਲੀਜ਼ ਮੈਨੂੰ ਕਮੈਂਟ ਵਿੱਚ ਦੱਸਣਾ। ਇਹਦੇ ਉੱਪਰ ਮੈਂ ਬਹੁਤ ਡਿਟੇਲ ਦੇ ਵਿੱਚ ਇੱਕ ਵੀਡੀਓ ਬਣਾਉਂਗਾ ਕਿ ਤੁਸੀਂ ਆਪਣੀ ਸਪੈਲਿੰਗ ਮਿਸਟੇਕ ਨੂੰ ਕਿਵੇਂ ਇੰਪਰੂਵ ਕਰ ਸਕਦੇ ਹੋ ਸੋ ਦੈਟ ਯੂ ਕੈਨ ਸਕੋਰ ਬੈਂਡ 9। ਹੁਣ ਗੱਲ ਕਰਦੇ ਹਾਂ ਜੀ ਮੇਰੀ ਸਟ੍ਰੈਟਜੀ ਜੋ ਤੁਸੀਂ ਬੈਂਡ 9 ਲਈ, ਜੋ ਬਹੁਤ ਸਾਰੇ ਸਟੂਡੈਂਟਸ ਨੇ ਇੰਪਲੀਮੈਂਟ ਕੀਤਾ ਔਰ ਬੈਂਡ 9 ਸਕੋਰ ਕੀਤਾ, 8.5 ਸਕੋਰ ਕੀਤਾ, 8 ਸਕੋਰ ਕੀਤਾ। ਤੁਸੀਂ ਵੀ ਇਸ ਸਟ੍ਰੈਟਜੀ ਨੂੰ ਫੋਲੋ ਕਰ ਸਕਦੇ ਹੋ। ਪੈਨ ਐਂਡ ਪੇਪਰ ਜ਼ਰੂਰ ਨਾਲ ਰੱਖੋ, ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ, ਨੋਟ ਡਾਊਨ ਜ਼ਰੂਰ ਕਰਨਾ ਪਲੀਜ਼। ਰੀਡ ਦ ਕੁਐਸਚਨਸ ਕੇਅਰਫੁਲੀ। ਕੁਐਸਚਨਸ ਨੂੰ ਬਹੁਤ ਧਿਆਨ ਨਾਲ ਬਾਰੀਕੀ ਨਾਲ ਪੜ੍ਹਨਾ ਪੈਣਾ ਕਿਉਂਕਿ ਕੁਐਸਚਨ ਨੂੰ ਤੁਸੀਂ ਸਮਝਣਾ ਹੈ। ਕਿਉਂਕਿ ਰੀਡ ਦ ਕੁਐਸਚਨਸ ਐਂਡ ਟਰਾਈ ਟੂ ਅੰਡਰਸਟੈਂਡ ਵਾਟ ਇਜ਼ ਬੀਇੰਗ ਆਸਕਡ। ਇਹ ਪੁੱਛਿਆ ਕੀ ਜਾ ਰਿਹਾ, ਕਿਉਂਕਿ MCQ ਦੀ ਅਗਰ ਮੈਂ ਗੱਲ ਕਰਾਂ, ਅਗਰ ਤੁਸੀਂ ਗੈਸ ਕਰਨ ਦੀ ਕੋਸ਼ਿਸ਼ ਕਰੋ ਉਸ ਕੁਐਸਚਨ ਦੇ ਵਿੱਚ ਗੈਸ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਤੁਸੀਂ ਅਨਸ਼ੋਰ ਹੋ, ਸ਼ੋਰ ਨਹੀਂ ਹੋ ਵੀ ਮੈਨੂੰ ਸਮਝ ਨਹੀਂ ਆਇਆ, then you can take a guess. Otherwise try to understand what is being asked ਕਿ MCQs ਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ, right? Highlight the keywords. Now ਹਾਈਲਾਈਟ ਦ ਕੀਵਰਡਸ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਟੂਡੈਂਟਸ ਹੈ ਜੋ ਅਕਸਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ MCQs ਦੇ ਵਿੱਚ ਕੀਵਰਡਸ ਨੂੰ ਹਾਈਲਾਈਟ ਕਰਨਾ ਹੁੰਦਾ ਹੈ। ਹਾਈਲਾਈਟ ਕੀਵਰਡਸ ਤਾਂ ਕਰ ਲੈਂਦੇ ਆ, ਲੇਕਿਨ ਇੱਥੇ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਕਿ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ A ਕੀਵਰਡ ਫॉर ਐਗਜ਼ਾਮਪਲ A ਕੀਵਰਡ ਐਂਡ B ਕੀਵਰਡ, ਇਹਨਾਂ ਦੋਨੋਂ ਕੀਵਰਡਸ ਦੇ ਵਿੱਚ ਡਿਫਰੈਂਸ ਕੀ ਹੈ। ਕਿਉਂਕਿ ਅਗਰ ਮੈਂ ਗੱਲ ਕਰਾਂ ਕਿ ਇੱਕ ਆਪਸ਼ਨ ਦੀ ਅਗਰ ABC ਹੈ, A ਆਪਸ਼ਨ ਦੇ ਵਿੱਚ 2 ਕੀਵਰਡਸ ਹੋ ਸਕਦੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਹਾਈਲਾਈਟ ਕੀਵਰਡ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣਾ ਕੀਵਰਡ ਫॉर ਐਗਜ਼ਾਮਪਲ A ਆਪਸ਼ਨ ਦੇ ਵਿੱਚ ਅਗਰ ਮੰਨ ਕੇ ਚਲੋ ਇੱਕ ਜਗ੍ਹਾ ਤੇ ਗੱਲ ਕੀਤੀ ਗਈ ਹੈ ਕਿ ਹੋ ਸਕਦਾ ਹੈ ਕਿ ਇੱਕ ਜਗ੍ਹਾ ਤੇ ਅਰਾਈਵਲ ਦੀ ਗੱਲ ਕੀਤੀ ਗਈ ਹੈ ਔਰ ਇੱਕ ਜਗ੍ਹਾ ਤੇ ਡਿਪਾਰਚਰ ਦੀ ਗੱਲ ਕੀਤੀ ਗਈ ਹੈ, ਤਾਂ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਵੀ ਇੱਥੇ ਅਰਾਈਵਲ ਦੀ ਗੱਲ ਹੋ ਰਹੀ ਹੈ, ਇੱਥੇ ਡਿਪਾਰਚਰ ਦੀ ਗੱਲ ਹੋ ਰਹੀ ਹੈ। ਸੋ ਡਿਫਰੈਂਸ ਕਲੀਅਰ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਤੁਸੀਂ ਮਤਲਬ ਕਿ ਸਿਰਫ ਕੀਵਰਡ ਦੀ ਗੱਲ ਕਰ ਰਹੇ ਹੋ, ਬਿਕੋਜ਼ ਕਿਉਂਕਿ ਜਦੋਂ ਵੀ ਆਨਸਰ ਆਪਣਾ ਬੋਲੂਗਾ ਸੋ ਉਹ ਆਨਸਰ ਦੇ ਵਿੱਚ ਪੈਰਾਫ੍ਰੇਜ਼ ਜ਼ਰੂਰ ਕਰੂਗਾ। ਪੈਰਾਫ੍ਰੇਜ਼ਿੰਗ ਔਰ ਸਿਨੋਨਿਮ ਲੈਂਗੁਏਜ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ MCQs ਦੇ ਵਿੱਚ। MCQs ਦੇ ਲਈ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਿਨੋਨਿਮਸ ਐਂਡ ਪੈਰਾਫ੍ਰੇਜ਼ਿੰਗ। ਪੈਰਾਫ੍ਰੇਜ਼ਿੰਗ ਵੀ ਤੁਸੀਂ ਲਿਸਨਿੰਗ ਲਈ ਤੁਹਾਡੇ ਲਈ ਇੰਪਰੂਵ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਫॉर ਐਗਜ਼ਾਮਪਲ ਅਗਰ MCQ ਦੇ ਕੁਐਸਚਨ ਦੇ ਵਿੱਚ ਅਗਰ ਉਹਨੇ ਗੱਲ ਕੀਤੀ ਹੈ ਅਰਾਈਵਲ ਦੀ, ਕਿ ਅਰਾਈਵਲ ਦੀ ਗੱਲ ਹੋ ਰਹੀ ਹੈ, ਤਾਂ ਉੱਥੇ ਤੁਸੀਂ ਕੀ ਹੈ ਕਿ ਜੋ ਤੁਸੀਂ ਸੁਣ ਰਹੇ ਹੋ ਸੋ ਤੁਹਾਨੂੰ ਲੱਗਦਾ ਕਿ ਉਹ ਅਰਾਈਵਲ ਵਰਡ ਇਹ ਐਗਜ਼ੈਕਟਲੀ ਆਈ ਵਰਡ ਬੋਲੂਗਾ, ਲੇਕਿਨ ਐਦਾਂ ਨਹੀਂ ਹੋਊਗਾ। ਉੱਥੇ ਉਹ ਬੋਲੂਗਾ, ਹੋ ਸਕਦਾ ਉੱਥੇ ਉਹ ਬੋਲਦੇ ਕਿ ਓਕੇ ਸੋ ਡੇਟ ਆਫ ਅਰਾਈਵ ਇਸ ਤਰੀਕੇ ਨਾਲ ਨੂੰ ਬੋਲ ਸਕਦਾ। ਇਹਨੂੰ ਕਹਿੰਦੇ ਆ ਸਿਨੋਨਿਮ ਲੈਂਗੁਏਜ, ਜਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਕਿ ਪੈਰਾਫ੍ਰੇਜ਼ ਕਰਤਾ ਉਹਨੇ, ਚੇਂਜ ਵਰਡ ਆਰਡਰ। ਕਿਉਂਕਿ ਦੇਖੋ ਜਦੋਂ ਪੈਰਾਫ੍ਰੇਜ਼ਿੰਗ ਹੁੰਦੀ ਤਾਂ ਪੈਰਾਫ੍ਰੇਜ਼ਿੰਗ 2 ਤਰੀਕੇ ਨਾਲ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਕਿ ਸਿਨੋਨਿਮ ਲੈਂਗੁਏਜ ਯੂਜ਼ ਕਰ ਦੋ, ਜਾਂ ਇੱਕ ਦੂਸਰਾ ਤਰੀਕਾ ਹੁੰਦਾ ਹੈ ਕਿ ਵਰਡ ਆਰਡਰ ਨੂੰ ਚੇਂਜ ਕਰ ਦੋ। ਹੁਣ ਅਰਾਈਵਲ ਕਿਤੇ ਤਾਂ ਕਹਿਣਾ ਅਰਾਈਵਲ ਔਰ ਕਿਤੇ ਉਹ ਕਹਿ ਰਿਹਾ ਕਿ ਡੇਟ ਆਫ ਅਰਾਈਵ। ਦੂਸਰਾ ਹੈ ਡਿਪਾਰਚਰ। ਸੋ ਜਦੋਂ ਡਿਪਾਰਚਰ ਦੀ ਗੱਲ ਕਰ ਰਿਹਾ ਤਾਂ ਹੋ ਸਕਦਾ ਕਿ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਹੁਣ ਡਿਪਾਰਚਰ ਹੀ ਬੋਲੂਗਾ, ਔਰ ਹੋ ਸਕਦਾ ਕਿ ਡਿਪਾਰਚਰ ਨੂੰ ਨਾ ਬੋਲੇ, ਪੈਰਾਫ੍ਰੇਜ਼ ਕਰਕੇ ਚੇਂਜ ਵਰਡ ਆਰਡਰ ਕਰਕੇ ਉੱਥੇ ਬੋਲਦੇ ਦ ਡੇ ਯੂ ਲੀਵ, ਦ ਟਾਈਮ ਯੂ ਲੀਵ। ਹੋ ਸਕਦਾ ਇਸ ਤਰੀਕੇ
ਤਰੀਕੇ ਨਾਲ ਪੈਰਾਫ੍ਰੇਜ਼ ਕਰਦੇ। ਪੈਰਾਫ੍ਰੇਜ਼ਿੰਗ ਵੀ ਬਹੁਤ ਇੰਪੋਰਟੈਂਟ ਹੈ MCQs ਦੇ ਵਿੱਚ। ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਵੀ ਤੁਸੀਂ ਆਨਸਰ ਨੂੰ ਸੁਣਦੇ ਹੋ ਸੋ ਨਾਲ ਦੀ ਨਾਲ ਹੀ ਤੁਹਾਨੂੰ ਟਿਕ ਨਹੀਂ ਕਰਨਾ ਚਾਹੀਦਾ, ਨਾਲ ਦੀ ਨਾਲ ਹੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਠੀਕ ਹੈ ਕਿ ਇਹੀ ਮੇਰਾ ਆਨਸਰ ਹੈ, ਕਿਉਂਕਿ ਕੀ ਹੁੰਦਾ ਹੈ MCQ ਦੇ ਵਿੱਚ ਉਹ 3-4 ਆਪਸ਼ਨ ਅਗਰ ਦਿੱਤੇ ਹੋਏ ਹੈ ਤਾਂ ਪੂਰੇ ਆਪਸ਼ਨ ਬੋਲਣ ਦੀ ਕੋਸ਼ਿਸ਼ ਕਰਦੇ ਆ। ਸਮਟਾਈਮਸ ਉਹ 2-3 4 ਜਿੰਨੇ ਆਪਸ਼ਨ ਹੋਣਗੇ ਉਹ ਸਾਰੇ ਬੋਲ ਦਿੰਦੇ ਆ। ਤਾਂ ਇੱਥੇ ਤੁਹਾਨੂੰ ਕੀ ਕਰਨਾ ਚਾਹੀਦਾ, ਅਗਰ ਤੁਹਾਨੂੰ ਲੱਗਦਾ ਹੈ ਕਿ A ਆਨਸਰ ਹੋ ਸਕਦਾ ਹੈ, B ਆਨਸਰ ਹੋ ਸਕਦਾ ਹੈ, C ਆਨਸਰ ਹੋ ਸਕਦਾ ਹੈ, ਤਾਂ ਤੁਸੀਂ ਉੱਤੇ ਫਿਲਹਾਲ ਇੱਕ ਵਾਰੀ ਟਿਕ ਕਰ ਲਓ, ਬਟ ਕੀਪ ਲਿਸਨਿੰਗ। ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਸ਼ੋਰ ਨਹੀਂ ਹੋ ਉਦੋਂ ਤੱਕ ਤੁਸੀਂ ਉਹਨੂੰ ਸੁਣਦੇ ਰਹੋ, ਔਰ ਜਦੋਂ ਲੱਗੇ ਕਿ ਹਾਂ ਸ਼ੋਰ ਹੋ ਗਿਆ ਕਿ ਇਹੀ ਇਹਦਾ ਆਨਸਰ ਹੈ ਉਦੋਂ ਹੀ ਤੁਹਾਨੂੰ ਟਿਕ ਕਰਨਾ ਚਾਹੀਦਾ ਪ੍ਰੋਪਰ ਤਰੀਕੇ ਨਾਲ ਵੀ ਹਾਂ ਆਨਸਰ ਮੇਰਾ ਇਹੀ ਹੈ, ਰਾਈਟ। ਫਿਲਹਾਲ ਇੱਕ ਵਾਰੀ ਤੁਸੀਂ ਰਫ ਤੁਸੀਂ ਵੈਸੇ ਟਿਕ ਕਰਕੇ ਰੱਖ ਸਕਦੇ ਹੋ ਕਿ ਮੈਨੂੰ ਇਹ ਲੱਗ ਰਿਹਾ, ਇੱਕ ਵਾਰੀ ਇਹਨੇ ਬੋਲਿਆ, ਬਟ ਮੇਕ ਸ਼ੋਰ ਦੈਟ ਯੂ ਕੀਪ ਲਿਸਨਿੰਗ। ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਲੱਗੇ ਕਿ ਆਨਸਰ ਤੁਹਾਨੂੰ ਨਹੀਂ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਸ਼ੋਰ ਨਹੀਂ ਹੈਗੇ, ਦੈਨ ਤੁਸੀਂ ਗੈਸ ਕਰ ਸਕਦੇ ਹੋ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਂ ਚੀਜ਼ ਦੱਸ ਰਿਹਾ ਹਾਂ, ਪਲੀਜ਼ ਧਿਆਨ ਨਾਲ ਸੁਣੋ ਇਹਨੂੰ। ਲਿਸਨਿੰਗ ਦੇ MCQ ਦੇ ਵਿੱਚ ਜੋ ਮੈਂ ਦੇਖਿਆ ਕਿ ਜਦੋਂ ਵੀ ਉਹ ਆਨਸਰ ਬੋਲਦੇ ਹੈ ਸੋ ਜਿਹੜੀ ਚੀਜ਼ ਇਹ ਆਪੋਜ਼ਿਟ ਕਰਦੇ ਹੋ। ਫੋਰ ਐਗਜ਼ਾਮਪਲ ਮੰਨ ਕੇ ਚਲੋਗੇ ਅਗਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਕਿ ਮੈਂ ਮੇਰੇ ਸ਼ਹਿਰ ਦਾ ਨਾਮ, ਅਗਰ ਮੈਂ ਗੱਲ ਕਰਾਂ ਕਿ ਮੈਂ ਹਰਿਆਣਾ ਤੋਂ ਬਿਲੋਂਗ ਕਰਦਾ, ਅਗਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ, ਠੀਕ ਹੈ, ਜੋ ਕਿ ਸਪੀਕਿੰਗ ਦੇ ਵਿੱਚ ਹੁੰਦਾ, ਤਾਂ ਮੈਂ ਕਹੂੰਗਾ ਕਿ ਆਈ ਕਮ ਫਰਮ ਅ ਸਟਨਿੰਗਲੀ ਬਿਊਟੀਫੁਲ ਸਟੇਟ ਕਾਲਡ ਹਰਿਆਣਾ, ਆਈ ਕਮ ਫਰਮ ਹਰਿਆਣਾ। ਤਾਂ ਦੈਟ ਮੀਨਸ ਮੈਂ ਸੁਣਾਉਣਾ ਚਾਹੁੰਦਾ ਤੁਹਾਨੂੰ, ਮੈਂ ਚਾਹੁੰਦਾ ਕਿ ਤੁਹਾਨੂੰ ਸਮਝ ਆਵੇ, ਤੁਹਾਨੂੰ ਪਤਾ ਲੱਗੇ ਵੀ ਮੈਂ ਹਰਿਆਣਾ ਬੋਲ ਰਿਹਾ। ਲੇਕਿਨ ਲਿਸਨਿੰਗ ਦੇ ਵਿੱਚ ਉਹ ਐਸੇ ਤਰੀਕੇ ਦੇ ਟਰੈਪ ਹੁੰਦੇ, ਟਰੈਪ ਦਾ ਮਤਲਬ ਹੁੰਦਾ ਜਾਲ ਫਸਾਉਣਾ, ਜਾਣਬੁੱਝ ਕੇ ਟ੍ਰਿਕ ਕਰਨਾ, ਜਾਣਬੁੱਝ ਕੇ ਉਲਝਾਉਣਾ। ਤਾਂ ਜਿਹੜਾ ਆਨਸਰ ਹੋਊਗਾ ਉਹ ਬਹੁਤ ਘੱਟ ਹਾਈਲਾਈਟ ਕਰਦੇ ਆ, ਉਹਦੀ ਬਜਾਏ ਦੂਸਰੇ ਵਰਡਸ ਨੂੰ ਜ਼ਿਆਦਾ ਹਾਈਲਾਈਟ ਕਰਦੇ। ਫੋਰ ਐਗਜ਼ਾਮਪਲ ਜਿਵੇਂ ਅਗਰ ਮੈਂ ਬੋਲਣਾ ਹੋਵੇ, ਜਿਵੇਂ ਫੋਰ ਐਗਜ਼ਾਮਪਲ ਅਗਰ ਲਿਸਨਿੰਗ ਦੇ ਵਿੱਚ ਸਪੀਕਰ ਬੋਲ ਰਿਹਾ ਕਿ I wanted to go there on Saturday, I wanted to go there on Saturday, but after this like I decided like Friday would be fine, Friday would be fine, Friday would be fine। ਤਾਂ Friday ਨੂੰ ਇੰਜ ਬੋਲੂਗਾ, Friday would be fine, Friday would be fine, ਠੀਕ ਹੈ। ਸੈਟਰਡੇ ਪੂਰਾ ਹਾਈਲਾਈਟ ਕਰਕੇ ਬੋਲੂਗਾ, ਲੇਕਿਨ ਜਿਹੜਾ ਆਨਸਰ ਹੋਊਗਾ ਉਹਨੂੰ ਬਹੁਤ ਲਾਈਟ ਤਰੀਕੇ ਨਾਲ ਬੋਲੂਗਾ। ਇਹ ਮੈਂ ਬਹੁਤ ਬਾਰੀਕੀ ਨਾਲ ਮੈਂ ਨੋਟ ਕੀਤਾ ਹੈ। ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸਪੈਲਿੰਗ ਦੇ ਉੱਪਰ ਮੈਂ ਵੀਡੀਓ ਜ਼ਰੂਰ ਬਣਾਉਂਗਾ। ਅਗਰ ਤੁਸੀਂ ਚਾਹੁੰਦੇ ਹੋ, ਇਫ ਯੂ ਵਾਂਟ ਮੀ ਟੂ ਮੇਕ ਅ ਵੀਡੀਓ ਔਨ ਸਪੈਲਿੰਗ ਮਿਸਟੇਕਸ ਐਂਡ ਹਾਊ ਯੂ ਕੈਨ ਇੰਪਰੂਵ ਯੂਰ ਸਪੈਲਿੰਗਸ ਫॉर IELTS listening, please let me know in the comment section below so that I can make more videos for you guys. Thank you so much for watching this video and listening to Arun Shis, and I'll see you in the next video lesson. Till then, take care. Bye-bye.